ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਾਥਰਸ ਜਬਰ ਜਨਾਹ ਅਤੇ ਹੱਤਿਆ ਅਤੇ ਔਰਤਾਂ ਤੇ ਵੱਧ ਰਹੀਆਂ ਘਟਨਾਵਾਂ ਸੰਬੰਧੀ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਦਵਿੰਦਰ ਜੀ, ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਪਰ ਉਹ ਦਾਅਵੇ ਜਿਹੜੇ ਹੈਗੇ ਫੇਲ ਹੁੰਦੇ ਦਿਖਾਈ ਦੇ ਰਹੇ ਨੇ। ਜਿਵੇਂ ਕਿ ਹਾਲ ਹੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਵਿੱਚ ਇੱਕ 19 ਸਾਲਾ ਦਲਿਤ ਲੜਕੀ ਦਾ ਜਬਰ ਜਨਾਹ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ, ਉਹਦੀ ਜੀਭ ਤੱਕ ਕੱਟ ਦਿੱਤੀ ਜਾਂਦੀ ਹੈ। ਇਹਨਾਂ ਘਟਨਾਵਾਂ ਦੇ ਬਾਵਜੂਦ ਜਿਹੜਾ ਹੈਗਾ ਕੇਂਦਰ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਨਵੇਂ ਕਦਮ ਚੁੱਕਦੀ ਨਹੀਂ ਦਿਖ ਰਹੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਯੋਗੀ ਸਰਕਾਰ ਵੀ ਇਹਨਾਂ ਅਪਰਾਧਕ ਗਤੀਵਿਧੀਆਂ 'ਤੇ ਨੱਥ ਪਾਉਣ 'ਚ ਫੇਲ ਸਾਬਤ ਹੋ ਰਹੀ ਹੈ। ਇਹਨਾਂ ਸਭ ਘਟਨਾਵਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜੀ ਹਾਥਰਸ ਦੀ ਘਟਨਾ ਹੈ ਉੱਤਰ ਪ੍ਰਦੇਸ਼ ਦੀ, ਜਿੰਨਾ ਆਪਾਂ ਮੀਡੀਆ ਦੇ ਵਿੱਚ ਦੇਖਿਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ, ਸਾਡੇ ਸੱਭਿਅਕ ਮੰਨੇ ਜਾਂਦੇ ਸਮਾਜ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਇਹ ਵੀ ਉਸ ਦੌਰ ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਪਿਛਲੇ ਕਈ ਸਾਲਾਂ ਤੋਂ ਇਹ ਨਾਅਰਾ ਲਾ ਰਹੇ ਹੋਣ, ਬੇਟੀ ਬਚਾਓ ਬੇਟੀ ਪੜ੍ਹਾਓ, ਤਾਂ ਕੀ ਪ੍ਰਧਾਨ ਮੰਤਰੀ ਦੀ ਹੀ ਉਸੇ ਪਾਰਟੀ ਦਾ ਰਾਜ ਉੱਤਰ ਪ੍ਰਦੇਸ਼ 'ਚ ਹੈ? ਕੀ ਪ੍ਰਧਾਨ ਮੰਤਰੀ ਦੇ ਇਹਨਾਂ ਅਮਲਾਂ ਦਾ, ਇਹਨਾਂ ਕਥਨਾਂ ਦਾ ਕਿਸੇ ਤੇ ਕੋਈ ਅਸਰ ਨਹੀਂ? ਤੇ ਕੀ ਅਸੀਂ ਬਿਲਕੁਲ ਇੰਨੇ ਨਿੱਘਰ ਗਏ ਹਾਂ ਵੀ ਅਸੀਂ ਸਾਡੇ ਜਿਹੜੀ ਆਬਾਦੀ ਦਾ ਅੱਧਾ ਹਿੱਸਾ ਔਰਤਾਂ ਨੇ, ਅਸੀਂ ਉਹਨਾਂ ਨੂੰ ਸੁਰੱਖਿਆ ਵੀ ਨਹੀਂ ਦੇ ਸਕਦੇ। ਸੁਰੱਖਿਆ ਦੇਣੀ ਦੂਰ ਦੀ ਗੱਲ, ਜੇ ਕਿਸੇ ਔਰਤ ਦੇ ਖਿਲਾਫ ਅਪਰਾਧ ਹੁੰਦਾ ਹੈ ਤਾਂ ਅਪਰਾਧੀਆਂ ਨੂੰ ਸਮੇਂ ਸਿਰ ਫੜਿਆ ਨਹੀਂ ਜਾਂਦਾ। ਉਹਨਾਂ ਨੇ ਜੋ ਅਪਰਾਧ ਕੀਤਾ ਉਹਦੀ ਸਹੀ ਤਫਤੀਸ਼ ਨਹੀਂ ਹੁੰਦੀ। ਜੇ ਉਹ ਲੜਕੀ ਦੀ, ਹੁਣ ਅਸੀਂ ਇਕੱਲੀ ਹਾਥਰਸ ਦੀ ਘਟਨਾ ਦੀ ਗੱਲ ਕਰੀਏ, ਅਸੀਂ ਬਹੁਤਾ ਲਮਕਾਈਏ ਨਾ ਇਸ ਗੱਲ ਨੂੰ, ਕਿੱਡਾ ਵੱਡਾ ਜ਼ੁਲਮ ਹੈ। 15 ਦਿਨਾਂ ਬਾਅਦ ਉਸ ਮਜ਼ਲੂਮ ਕੁੜੀ ਦੀ, ਉਸ ਪੀੜਤ ਕੁੜੀ ਦੀ ਜਿਹੜੀ ਆ ਉਹ ਮੌਤ ਹੁੰਦੀ ਹੈ। ਉਹ ਤੜਪਦੀ ਹੈ। ਪਹਿਲਾਂ ਤਾਂ ਅਲੀਗੜ੍ਹ, ਜਿਹਨੂੰ ਹੁਣ ਪ੍ਰਯਾਗਰਾਜ ਕਿਹਾ ਜਾਂਦਾ ਹੈਗਾ, ਉੱਥੋਂ ਦੇ ਹਸਪਤਾਲਾਂ 'ਚ ਵਿਚਾਰੀ ਬਿਲਕਦੀ ਰਹੀ, ਜਿਹਦਾ ਇਲਾਜ ਨਹੀਂ ਹੋਇਆ। ਫਿਰ ਸਫਦਰਜੰਗ ਹਸਪੀਟਲ ਨਵੀਂ ਦਿੱਲੀ ਲਿਆਂਦਾ ਗਿਆ, ਜਿੱਥੇ ਉਹ ਅਭਾਗੀ ਕੁੜੀ ਦਮ ਤੋੜ ਗਈ। ਉਸ ਤੋਂ ਬਾਅਦ ਦੀ ਜਿਹੜੀ ਘਟਨਾ ਹੈ ਉਹ ਬਹੁਤ ਹੀ ਦਿਲ ਕੰਬਾਊ ਤੇ ਸ਼ਰਮਨਾਕ ਘਟਨਾ ਹੈ, ਜਿਸ ਘਟਨਾ ਦੇ ਵਿੱਚ ਉਸ ਤਰ੍ਹਾਂ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਸਿੱਧਾ ਰੋਲ ਹੈ, ਸਿੱਧੀ ਭੂਮਿਕਾ ਹੈ। ਉਹਦਾ ਰਾਤ ਨੂੰ ਦਾਹ ਸੰਸਕਾਰ ਹੁੰਦਾ ਹੈ ਰੀਤੀ ਰਿਵਾਜਾਂ ਮੁਤਾਬਕ। ਉਸ ਧਰਮ ਨੂੰ, ਜਿਹੜੇ ਧਰਮ ਨਾਲ ਬੰਦਾ ਸੰਬੰਧਿਤ ਹੈ, ਉਸ ਧਰਮ ਦੇ ਰੀਤੀ ਰਿਵਾਜ ਅਪਣਾ ਕੇ ਅੱਧੀ ਰਾਤ ਨੂੰ ਤੁਹਾਨੂੰ ਫੂਕਣਾ ਮੰਨਿਆ ਜਾਊਗਾ। ਜਿਸ ਤਰ੍ਹਾਂ ਉਸ ਲੜਕੀ ਦੀ ਲਾਸ਼ ਨੂੰ ਪ੍ਰਸ਼ਾਸਨ ਨੇ ਚੋਰੀ ਛੁਪੇ ਜਬਰੀ ਫੂਕਿਆ, ਇਹ ਬਹੁਤ ਹੀ ਸ਼ਰਮਨਾਕ ਹੈ। ਕੀ UPSC ਵਰਗੀਆਂ ਸੰਸਥਾਵਾਂ ਇਹਨਾਂ ਦਾ ਦਿਲ ਤੇ ਦਿਮਾਗ ਕੱਢ ਲੈਂਦੀਆਂ ਨੇ? ਜਿਹੜੇ IAS IPS ਬਣਾ ਕੇ ਭੇਜਦੇ ਨੇ, ਉਹਨਾਂ ਦੀ ਇੰਨੀ ਵੀ ਸੰਵੇਦਨਾ ਨਹੀਂ ਹੈਗੀ। ਉਹਨਾਂ ਦੇ ਧੀਆਂ ਹੈ ਨਹੀਂ, ਉਹਨਾਂ ਦੇ ਭੈਣਾਂ ਹੈ ਨਹੀਂ, ਉਹਨਾਂ ਦੇ ਮਾਵਾਂ ਹੈ ਨਹੀਂ। ਕਿੱਡਾ ਕੀ ਉਸੇ ਸਮਾਜ ਦਾ ਹਿੱਸਾ ਨਹੀਂ ਇਹ ਸਾਡੇ ਸਮਾਜ ਦਾ, ਜਿਸ ਸਮਾਜ ਦੇ ਵਿੱਚ ਉਹ ਰਹਿ ਰਹੇ ਨੇ, ਜਿਸ ਸਮਾਜ 'ਚੋਂ ਖਾ ਪੀ ਰਹੇ ਨੇ, ਜਿਹੜੇ ਲੋਕਾਂ ਦੇ ਟੈਕਸਾਂ ਦੀਆਂ ਉਹ ਤਨਖਾਹਾਂ ਲੈ ਰਹੇ ਨੇ? ਕੀ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਬਣਦੀ? ਬਿਲਕੁਲ। ਇਹ ਸਿਰਫ ਤੇ ਸਿਰਫ 3 ਮੈਂਬਰੀ ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ 3 ਮੈਂਬਰੀ SIT ਬਣਾ ਕੇ ਹੀ ਛੱਡ ਨਹੀਂ ਦਿੱਤਾ ਜਾਣਾ ਚਾਹੀਦਾ। ਜੋ ਵੀ ਜ਼ਿੰਮੇਵਾਰ ਹੈ, SSP DSP SHO ਡਿਪਟੀ ਕਮਿਸ਼ਨਰ, ਉਹਨਾਂ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਇੱਕ ਆਪਾਂ ਦੇਖਿਆ ਜਾਵੇ ਤਾਂ ਮ੍ਰਿਤਕ ਦੇਹ ਹੈ, ਉਹਦਾ ਸਤਿਕਾਰ ਹੁੰਦਾ ਹੈ। ਕੀ ਉਹ ਕੁੜੀ ਮਜ਼ਲੂਮ ਸੀ, ਪੀੜਤ ਸੀ ਜਾਂ ਅਪਰਾਧੀ ਸੀ? ਪਠਾਨਕੋਟ 에ਅਰਵੇਜ਼ ਤੇ ਪਾਕਿਸਤਾਨੀ ਅੱਤਵਾਦੀ ਆ ਜਾਂਦੇ ਨੇ। ਤਿੰਨੋਂ ਅੱਤਵਾਦੀ ਸਾਡੀਆਂ ਹਿੰਦੁਸਤਾਨ ਦੀਆਂ ਸੈਨਾਵਾਂ ਨੇ ਮਾਰ ਮੁਕਾਏ। ਪਾਕਿਸਤਾਨ ਨੂੰ ਕਿਹਾ ਗਿਆ ਵੀ ਇਹ ਤੁਹਾਡੇ ਨੈਸ਼ਨਲ ਨੇ, ਤੁਹਾਡੇ ਨਾਗਰਿਕ ਨੇ, ਲੈ ਜਾਓ ਇਹਨਾਂ ਦੀਆਂ ਲਾਸ਼ਾਂ। ਪਾਕਿਸਤਾਨ ਤੋਂ ਅਸੀਂ ਕਹਿੰਦੇ ਅਪਰਾਧੀਆਂ ਦੀਆਂ ਲਾਸ਼ਾਂ ਲੈ ਜਾਓ। ਉਹ ਕੁੜੀ ਜਿਹੜੀ ਮਜ਼ਲੂਮ ਸੀ, ਪੀੜਤ ਸੀ, ਉਹਦੇ ਪਰਿਵਾਰ ਨੂੰ, ਉਹਦੀ ਮਾਂ ਨੂੰ, ਉਹਦੇ ਪਿਓ ਨੂੰ, ਉਹਦੇ ਭਰਾਵਾਂ ਨੂੰ ਉਹਦੀ ਲਾਸ਼ ਦੇ ਅੰਤਿਮ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਗਏ। ਇਦੋਂ ਸ਼ਰਮਨਾਕ, ਸ਼ੇਮਫੁਲ ਤੇ ਸਾਡੇ ਡੁੱਬ ਮਰਨ ਵਾਲੀ ਜਿਹੜੀ ਸਿਸਟਮ ਦੇ ਹੋਰ ਇਦੋਂ ਵੱਡੀ ਗੱਲ, ਘਿਨਾਉਣੀ ਹਰਕਤ ਜਿਹੜੀ ਆ, ਉਹ ਹਰਕਤ ਕਹੂੰਗਾ ਮੈਂ, ਘਿਨਾਉਣੀ ਹਰਕਤ ਕੀ ਹੋ ਸਕਦੀ ਹੈਗੀ? ਵੀ ਜੇ ਇੱਕ ਮਜ਼ਲੂਮ ਕੁੜੀ ਦਾ ਇਸ ਤਰ੍ਹਾਂ ਰਾਤ ਨੂੰ ਜਿਹੜਾ 18 ਸਾਲ ਦੀ ਕੁੜੀ, ਕੀ ਇਹ ਸਭ ਕੁਛ ਇਸ ਕਰਕੇ ਹੋਇਆ ਵੀ ਉਹ ਇੱਕ ਸ਼ਡਿਊਲ ਕਾਸਟ ਕਮਿਊਨਿਟੀ ਨਾਲ, ਵਰਗ ਨਾਲ ਸੰਬੰਧਿਤ ਸੀ?
ਸਾਡੇ ਹਿੰਦੁਸਤਾਨ ਦੇ ਵਿੱਚ ਓਵਰਆਲ ਜਿਹੜੀ ਐਵਰੇਜ ਹੈ 16-17% ਜਿਹੜੀ ਹੈ ਉਹ ਸ਼ਡਿਊਲ ਕਾਸਟ ਐਵਰੇਜ ਹੈ, ਪਾਪੂਲੇਸ਼ਨ ਹੈ। ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ 34-35% ਜਿਹੜੇ ਹੈ ਸਾਡੇ ਦਲਿਤ ਭਾਈਚਾਰੇ ਦੇ ਲੋਕ ਰਹਿੰਦੇ ਨੇ। ਸਾਡੀ ਸੁਸਾਇਟੀ ਦਾ, ਸਾਡੇ ਸਮਾਜ ਦਾ, ਸਾਡੇ ਵਰਗ ਦਾ ਐਡਾ ਹਿੱਸਾ ਕਿ ਸਿਰਫ ਵੋਟ ਬਟੋਰਨ ਦੀ ਰਾਜਨੀਤੀ ਤੱਕ ਰਹਿ ਗਿਆ। ਜਦੋਂ ਵੋਟਾਂ ਆਉਂਦੀਆਂ ਤਾਂ ਦਲਿਤਾਂ ਦਾ ਨਾਅਰਾ ਲਾ ਦਿਓ, ਚਾਹੇ ਉਹ ਰਾਸ਼ਟਰਪਤੀ ਬਣਾਉਣ ਦੀ ਗੱਲ ਹੋਵੇ, ਪਰ ਜਦੋਂ ਕਿਸੇ ਵਰਗ ਨਾਲ ਧੱਕਾ ਹੁੰਦਾ ਹੈ ਉਦੋਂ ਰਾਸ਼ਟਰਪਤੀ ਵੀ ਚੁੱਪ ਕਰ ਜਾਂਦੇ ਨੇ, ਉਦੋਂ ਪ੍ਰਧਾਨ ਮੰਤਰੀ ਵੀ ਚੁੱਪ ਕਰ ਜਾਂਦੇ ਨੇ, ਕੋਈ ਨਹੀਂ ਬੋਲਦਾ। ਨਾ ਕੋਈ ਮੰਤਰੀ ਸੰਤਰੀ ਬੋਲਦਾ ਉਸ ਕਮਿਊਨਿਟੀ ਦਾ ਨਹੀਂ ਬੋਲਦਾ, ਨਾ ਹੀ ਜੋ ਡੋਮੀਨੇਟ ਕਰਦਾ ਇਸ ਮੁਲਕ ਤੇ, ਮੁਲਕ ਦੀ ਸਿਆਸਤ ਤੇ, ਮੁਲਕ ਦੇ ਪ੍ਰਸ਼ਾਸਨ ਤੇ, ਉਹ ਵੀ ਇਸ ਮੌਕੇ ਤੇ ਆਪਣੇ ਮੂੰਹ ਨਹੀਂ ਖੋਲਦੇ। ਜਿਹੜਾ ਬਾਲੀਵੁੱਡ ਤੋਂ ਤਵੱਕੋ ਕੀਤੀ ਜਾਂਦੀ ਹੈ, ਜਦੋਂ ਅਮਰੀਕਾ ਦੇ ਵਿੱਚ ਦੰਗੇ ਹੁੰਦੇ ਨੇ ਉਦੋਂ ਤਾਂ ਸਾਡਾ ਬਾਲੀਵੁੱਡ ਬੋਲਦਾ ਹੈ, ਤੇ ਜਦੋਂ ਇੱਥੇ ਕਿਸੇ ਨਾਲ ਧੱਕਾ ਹੁੰਦਾ ਹੈ, ਮਜ਼ਲੂਮ ਮਾਰਿਆ ਜਾਂਦਾ ਹੈ, ਉਦੋਂ ਸਭ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ। ਕੀ ਅਸੀਂ ਇੱਕ ਡਰ ਤੇ ਭੈ ਦੇ ਮਾਹੌਲ 'ਚ ਰਹਿ ਰਹੇ ਹਾਂ? ਇਹ ਵੀ ਜਿੰਨਾ ਚਿਰ ਅਸੀਂ ਬੋਲਾਂਗੇ ਨਹੀਂ, ਸਾਡੇ ਬੋਲਣ ਦੀ ਤਾਕਤ ਨੇ ਹੀ ਸਿਸਟਮ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣਾ ਹੈ। ਇਸ ਲਈ ਬੋਲਣਾ ਸਭ ਦਾ ਜ਼ਰੂਰੀ ਹੈ। ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਹੁਣ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਲੈ ਲਓ, ਹੁਣ ਉੱਤਰ ਪ੍ਰਦੇਸ਼ ਗੌਰਮੈਂਟ ਨੇ ਕੀ ਕੀਤਾ, BGC SIT ਬਣਾਤੀ। ਸਾਡੇ ਪੰਜਾਬ 'ਚ ਤਾਂ ਹਰ ਤੀਜੇ ਦਿਨ ਨਵੀਂ SIT ਬਣ ਜਾਂਦੀ ਹੈ। SIT ਦੀਆਂ ਰਿਪੋਰਟਾਂ ਕੋਰਟ 'ਚ ਚਲੇ ਜਾਂਦੀਆਂ, ਇੱਥੋਂ ਤੱਕ ਕਿ DGP ਲੈਵਲ ਦੀ ਅਗਵਾਈ 'ਚ ਬਣੀਆਂ SIT ਦੀਆਂ ਰਿਪੋਰਟਾਂ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਕਈ ਸਾਲਾਂ ਦੀਆਂ ਫਾਈਲਾਂ ਦੀ ਧੂੜ ਚੱਟ ਰਹੀਆਂ ਨੇ। SIT ਦਾ ਕੀ ਹੁੰਦਾ? ਉਸ ਤੋਂ ਬਾਅਦ ਵੀ ਜਿਹੜੀ ਜਿੰਨੇ ਇਨਸੀਡੈਂਟ ਹੁੰਦੇ ਨੇ, ਪੁਲਿਸ ਕੀ ਉਹਨਾਂ ਦੀ ਸਹੀ ਢੰਗ ਨਾਲ ਤਫਤੀਸ਼ ਕਰ ਪਾਉਂਦੀ ਹੈ? ਇਹਦਾ ਸਵਾਲ ਹੈ ਬਿਲਕੁਲ ਨਹੀਂ। ਜੇ ਤਫਤੀਸ਼ ਸਹੀ ਢੰਗ ਨਾਲ ਕਰ ਪਾਉਂਦੀ ਹੋਵੇ ਤਾਂ ਅਪਰਾਧੀਆਂ ਨੂੰ ਸਜ਼ਾ ਮਿਲੇ। ਮੈਂ ਤੁਹਾਨੂੰ ਇੱਕ ਪੰਜਾਬ ਦਾ ਅੰਕੜਾ ਦੱਸਦਾ। ਪੰਜਾਬ ਦੇ ਵਿੱਚ ਜਿੰਨੇ ਸੰਗੀਨ ਅਪਰਾਧ ਹੋਏ ਔਰਤਾਂ ਦੇ ਖਿਲਾਫ ਪਿਛਲੇ 4-5 ਸਾਲਾਂ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ 26,576 ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਸੀ। ਉਹਦੇ ਵਿੱਚੋਂ 8431 ਬਰੀ ਹੋ ਗਏ, 2698 ਨੂੰ ਸਿਰਫ ਸਜ਼ਾ ਹੋਈ ਹੈ। ਪੰਜਾਬ ਦਾ ਜੇ ਅਸੀਂ ਦੂਜਾ ਪਹਿਲੂ ਦੇਖ ਲਈਏ ਤਾਂ ਪਿਛਲੇ 4 ਸਾਲਾਂ ਦੇ ਵਿੱਚ 5000 ਤੋਂ ਵੱਧ ਜਿਹੜੇ ਆ ਉਹ ਬਲਾਤਕਾਰ ਹੋਏ ਨੇ, ਤੇ ਜਿਹੜੀ ਰੋਜ਼ਾਨਾ ਦੀ ਔਸਤ ਹੈ ਐਵਰੇਜ ਬਲਾਤਕਾਰ ਦੀ, ਉਹ 4 ਦੇ ਕਰੀਬ ਹੈ। ਅਸੀਂ ਉਸ ਬਾਬੇ ਨਾਨਕ ਦੀ ਧਰਤੀ ਤੇ ਰਹਿੰਦੇ ਹਾਂ। ਉਸ ਬਾਬੇ ਨਾਨਕ ਦਾ ਹੁਣ 550ਵਾਂ ਜਨਮ ਦਿਨ ਮਨਾ ਕੇ ਹਟੇ ਹਾਂ, ਉਸ ਜਗਤ ਗੁਰੂ ਦਾ, ਜਿਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੰਦਿਆਂ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਦੀ ਗੱਲ ਕਹੀ ਸੀ। ਕਿ ਅਸੀਂ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਨਾਅਰੇ ਨੂੰ ਭੁੱਲ ਗਏ? ਪ੍ਰਧਾਨ ਮੰਤਰੀ ਦਾ ਨਾਅਰਾ ਤਾਂ ਕੀ ਯਾਦ ਰਹਿਣਾ ਕਿਸੇ ਦੇ? ਬੇਟੀ ਬਚਾਓ, ਬੇਟੀ ਪੜਾਓ। ਤਾਂ ਇਹ ਤਾਂ ਫਜ਼ੂਲ ਦੀਆਂ ਗੱਲਾਂ ਨੇ। ਜਿਸ ਬਾਬੇ ਨਾਨਕ ਦਾ ਅਸੀਂ ਜਨਮ ਦਿਨ 550ਵਾਂ ਜਨਮ ਦਿਨ 1 ਸਾਲ ਭਰ ਬਣਾਉਂਦੇ ਰਹੇ, ਕੀ ਉਸ ਬਾਬੇ ਨਾਨਕ ਨੂੰ ਅਸੀਂ ਐਡੀ ਛੇਤੀ ਭੁੱਲ ਗਏ? ਇਹ ਸਾਡੇ ਪੰਜਾਬ ਦੀ ਦੁਰਦਸ਼ਾ ਹੈ। ਮੈਂ ਪਿੱਛੇ ਜੇ ਆਪਾਂ ਇੱਕ ਰਿਪੋਰਟ ਕੀਤਾ ਸੀ, ਮੁੱਲਾਂਪੁਰ ਦੇ ਵਿੱਚ ਇੱਕ ਲੜਕੀ ਨਾਲ ਰਾਤ ਨੂੰ ਬਲਾਤਕਾਰ ਹੋ ਜਾਂਦਾ ਹੈ। ਇੱਕ ADGP ਰੈਂਕ ਦੀ ਪੁਲਿਸ ਆਫੀਸਰ, ਮਹਿਲਾ ਪੁਲਿਸ ਆਫੀਸਰ ਨੇ ਉਹਦੀ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਵੀ ਉੱਥੇ ਬਲਾਤਕਾਰ ਹੋਣੇ ਨਾਰਮਲ ਹੈ। ਮਤਲਬ ਕਿੰਨਾ ਜਿਹੜਾ ਸਾਡਾ ਸਿਸਟਮ ਹੈ, ਤੰਤਰ ਹੈ, ਕਾਹਦੇ ਤੇ ਲੱਗਿਆ ਹੋਇਆ? ਸਿਰਫ ਤੇ ਸਿਰਫ ਪੈਸੇ ਕਮਾਉਣ ਤੇ। ਚਾਹੇ ਉਹ ਸਿਆਸਤਦਾਨ ਹੋਣ, ਚਾਹੇ ਪੁਲਿਸ ਹੋਵੇ, ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ। ਜਿਹੜਾ ਸਾਡਾ ਟੋਟਲ ਜਿਹੜਾ ਕਹਿ ਦਈਏ, ਅਸੀਂ ਕਹਿ ਲਈਏ ਤਫਤੀਸ਼, ਇਨਵੈਸਟੀਗੇਸ਼ਨ ਦਾ ਜਿਹੜਾ ਐਂਗਲ ਹੈ, ਉਹ ਤਕਰੀਬਨ ਤਹਿਸ ਨਹਿਸ ਹੋ ਚੁੱਕਿਆ ਹੈ। ਹੁਣ ਦਵਿੰਦਰ ਜੀ, ਤੁਸੀਂ ਜਿਵੇਂ ਪੰਜਾਬ ਦੇ ਆંકੜੇ ਰੱਖੇ ਹੈ, ਅਸੀਂ ਜਾਣਨਾ ਚਾਹਾਂਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2017 'ਚ ਸੱਤਾ 'ਚ ਆਉਂਦੇ ਹੀ, ਚਾਹੇ ਨਸ਼ਿਆਂ ਨੂੰ ਖਾਤਮੇ ਦੀ ਗੱਲ ਕਰੀ ਹੋਵੇ, ਚਾਹੇ ਅਪਰਾਧਾਂ 'ਤੇ ਨੱਥ ਪਾਉਣ ਦੀ ਗੱਲ ਹੋਵੇ, ਗੈਂਗਸਟਰਾਂ ਦੀ ਗੱਲ ਹੋਵੇ, ਵੀ ਕਿ ਇਹਨਾਂ 'ਤੇ ਜਿਹੜੇ ਸੀ ਨੱਥ ਪਾਉਣ ਦੀ, ਰੋਕ ਲਾਉਣ ਦੀ ਗੱਲ ਕਹੀ ਸੀ। ਉਹਦੇ ਬਾਵਜੂਦ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਜਿਹੀਆਂ ਘਟਨਾ ਵੱਡੇ ਪੱਧਰ 'ਤੇ ਵਾਪਰ ਰਹੀਆਂ ਨੇ, ਜਦ ਕਿ ਸਜ਼ਾ ਦਿਵਾਉਣ ਦੀ, ਜਿਹੜੀ ਮੁਲਜ਼ਮਾਂ ਨੂੰ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਅੰਕੜਾ ਬਹੁਤ ਛੋਟਾ ਹੈ। ਉਸ ਦੇ ਬਾਵਜੂਦ ਜਿਹੜਾ ਹੈਗਾ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ, ਸੂਬੇ ਦੇ ਵਿੱਚ ਅਪਰਾਧਕ ਗਤੀਵਿਧੀਆਂ ਨੂੰ ਲੈ ਕੇ। ਅਸੀਂ ਜਾਣਨਾ ਚਾਹਾਂਗੇ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹਿ ਰਹੀ ਹੈ ਇਸ ਟਾਈਮ? ਦੇਖੋ ਆਤਿਸ਼, ਮੈਂ ਇੱਕ ਗੱਲ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ, ਤੁਸੀਂ ਵੀ ਚੰਡੀਗੜ੍ਹ ਦਾ ਜਿਹੜੀ ਕ੍ਰਾਈਮ ਬੀਟ ਕਵਰ ਕਰਦੇ ਹੋ। ਸਾਡਾ ਤੰਤਰ ਜਿਹੜਾ ਪੁਲਿਸ ਤੰਤਰ ਖਾਸ ਕਰਕੇ ਇੰਨਾ ਕੁ ਮੈਂ ਕਹੂੰਗਾ ਵੀ ਨਕਾਰਾ ਹੋ ਗਿਆ, ਨਪੁੰਸਕ ਹੋ ਗਿਆ। ਪੋਲੀਟੀਕਲ ਬੰਦਿਆਂ ਦੇ ਝੋਲੀ ਚੁੱਕ ਬਣੇ ਹੋਏ ਨੇ, ਮੈਜੋਰਟੀ ਅਫਸਰ। 100% ਤਾਂ ਨਹੀਂ ਕਹਿ ਸਕਦੇ ਆਪਾਂ, ਮੈਜੋਰਟੀ ਅਫਸਰ
ਉੱਥੋਂ ਹੀ ਦਿਸ਼ਾ ਨਿਰਦੇਸ਼ ਰਹਿੰਦੇ ਨੇ। ਕਈ ਇਲਾਕਿਆਂ ਦੇ ਵਿੱਚ ਤਾਂ ਹਾਲਾਤ ਇਹ ਨੇ ਵੀ ਐਮਐਲਏ ਤੋਂ ਪੁੱਛ ਕੇ ਪਰਚਾ ਦਰਜ ਹੁੰਦਾ ਜਾਂ ਮੰਤਰੀ ਤੋਂ ਪੁੱਛ ਕੇ ਪਰਚਾ ਦਰਜ ਹੁੰਦਾ, ਕਿਹਦਾ ਨਾਂ ਪਾਉਣਾ ਹੈ ਕਿਹਦਾ ਨਹੀਂ ਪਾਉਣਾ। ਇਹ ਇੱਥੋਂ ਤੱਕ ਕਿ ਐਸਐਸਪੀ ਰੈਂਕ ਦੇ ਅਫਸਰਾਂ ਨੇ ਦੱਸਿਆ ਹੈ ਵੀ ਜਦੋਂ ਕੋਈ ਫੋਨ ਆਉਂਦਾ ਤਾਂ ਐਮਐਲਏ ਕਹਿੰਦੇ ਵੀ ਐਮਐਲਏ ਸਾਹਿਬ ਨੇ ਕਹਿਤਾ ਜੀ ਇਹਦਾ ਨਾਂ ਪਾਉਣਾ ਹੈ ਇਹਦਾ ਨਾਂ ਕੱਢਣਾ ਹੈ। ਇੱਥੋਂ ਤੱਕ ਹਾਲਾਤ ਹੋ ਗਏ। ਇਹਦਾ ਮਤਲਬ ਇਹ ਹੈ ਵੀ ਸਾਡੇ ਕਾਨੂੰਨ ਦਾ ਰਾਜ ਖਤਮ ਹੁੰਦਾ ਜਾਂਦਾ ਹੈ। ਜੇ ਅਸੀਂ ਉੱਤਰ ਪ੍ਰਦੇਸ਼ ਦੀ ਘਟਨਾ ਲੈ ਲਈਏ, ਚਾਹੇ ਉਹ ਹਰਿਆਣੇ 'ਚ ਹੁੰਦੀ ਕੋਈ ਘਟਨਾ ਲੈ ਲਈਏ, ਚਾਹੇ ਉਹ ਦਿੱਲੀ 'ਚ ਹੁੰਦੀ ਕੋਈ ਘਟਨਾ ਲੈ ਲਈਏ, ਸਿਮਿਲਰਲੀ ਪੰਜਾਬ ਦੀਆਂ ਘਟਨਾਵਾਂ ਨੇ। ਇਹਦਾ ਮਤਲਬ ਇਹ ਕਾਨੂੰਨ ਦਾ ਰਾਜ ਨਹੀਂ ਹੈਗਾ। ਸਿਰਫ ਤੇ ਸਿਰਫ ਮੌਕੇ ਦੀ ਜਿਹੜੀ ਸੱਤਾਧਾਰੀ ਪਾਰਟੀ ਹੋਵੇ, ਕੋਈ ਵੀ ਹੋਵੇ, ਚਾਹੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਪੁਲਿਸ ਜਿਹੜੀ ਹੈ, ਪ੍ਰਸ਼ਾਸਨ, ਉਹ ਟੋਟਲੀ ਇਹਨਾਂ ਦਾ ਇੱਕ ਤਰ੍ਹਾਂ ਨਾਲ ਬੀ ਟੀਮ ਬਣ ਜਾਂਦੀ ਹੈ। ਇਹਨਾਂ ਦੀ ਜਿਹੜੀ ਹੈ ਆਰਮਡ ਫੋਰਸ ਬਣ ਜਾਂਦੀ ਹੈ, ਇੱਕ ਰੂਲਿੰਗ ਪਾਰਟੀ ਦੀ ਵੀ ਇਹਨਾਂ ਦਾ ਆਰਮਡ ਵਿੰਗ ਹੈ। ਉਹਦੇ ਤੌਰ ਤੇ ਕੰਮ ਕਰਦੇ ਹੋਣ ਕਰਕੇ ਕਾਨੂੰਨ ਨੂੰ ਲਾਗੂ ਕਰਨ ਦੀ ਕੋਈ ਚੀਜ਼ ਰਹੀ ਨਹੀਂ ਜਾਂਦੀ। ਇਸੇ ਕਰਕੇ ਜਿੰਨੇ ਕ੍ਰਿਮੀਨਲ ਕੇਸ ਹੁੰਦੇ ਨੇ ਉਹਨਾਂ ਦੀ ਤਫਤੀਸ਼ ਢਿੱਲੀ ਰਹਿੰਦੀ ਹੈ ਅਤੇ ਮੁਲਜ਼ਮ ਚਾਹੇ ਉਹ ਗੈਂਗਸਟਰ ਹੋਣ, ਚਾਹੇ ਉਹ ਔਰਤਾਂ ਖਿਲਾਫ ਸੰਗੀਨ ਅਪਰਾਧ ਦੇ ਮੁਲਜ਼ਮ ਹੋਣ, ਚਾਹੇ ਸਮਗਲਰ ਹੋਣ, ਇਸੇ ਕਰਕੇ ਮੈਜੋਰਟੀ ਕੇਸ ਜਿਹੜੇ ਆ ਉਹ ਬਰੀ ਹੁੰਦੇ ਨੇ। ਇਹ ਇੱਕ ਸਭ ਤੋਂ ਵੱਡਾ ਹੈਗਾ। ਹੁਣ ਤੁਸੀਂ ਸਿਸਟਮ ਦੀ ਜਿਹੜੀ ਹੈ ਅਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਾਓ। ਜਦੋਂ ਨਿਰਭਇਆ ਕਾਂਡ ਹੋਇਆ ਦਿੱਲੀ ਦੇ ਵਿੱਚ, ਸਾਰੇ ਮੁਲਕ ਦੇ ਜਿਹੜੇ ਹੈ ਇੱਕਦਮ ਸਾਰੇ ਮੁਲਕ 'ਚ ਮੋਮਬੱਤੀਆਂ ਜਗ ਗਈਆਂ ਸੀ ਅਤੇ ਦਿੱਲੀ ਜਿਹੜੀ ਹੈ ਸਾਰੀ ਚੋਕ ਕਰ ਦਿੱਤੀ ਗਈ ਸੀ ਕਿੰਨੇ ਦਿਨਾਂ ਲਈ। ਕੀ ਉਹਦੇ ਪਿੱਛੇ ਸਾਰਾ ਕੁਛ ਰਾਜਨੀਤਿਕ ਡਰਾਮਾ ਸੀ? ਇਹਦਾ ਮਤਲਬ ਕਿਉਂ ਹੁਣ ਇੱਕ ਹਾਥਰਸ ਦੀ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਉਸ ਤਰ੍ਹਾਂ ਦਾ ਮਾਹੌਲ ਕਿਉਂ ਨਹੀਂ ਸਿਰਜਿਆ ਜਾ ਰਿਹਾ? ਸਿਰਜਿਆ ਜਾਣਾ ਚਾਹੀਦਾ ਤਾਂ ਜੋ ਗੱਲ ਸਿਰਫ ਤੇ ਸਿਰਫ 4 ਜਾਂ 5 ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦੀ ਨਹੀਂ, ਗੱਲ ਇਹ ਹੁੰਦੀ ਹੈ ਵੀ ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ ਫਿਊਚਰ ਦੇ ਵਿੱਚ ਹੋਰ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਰਾਤ ਨੂੰ, ਅੱਜ ਅਸੀਂ ਮਾਹੌਲ ਇਹੋ ਜਿਹਾ ਸਿਰਜ ਰਹੇ ਹਾਂ ਵੀ ਤਾਂ ਜੋ ਔਰਤ ਰਾਤ ਨੂੰ ਵੀ ਕੰਮ ਕਰੇ। ਇੱਕ ਪਾਸੇ ਤਾਂ ਅਸੀਂ ਔਰਤ ਨੂੰ ਬਰਾਬਰ ਦਾ ਦਰਜਾ ਦਿੰਦੇ ਹੋਏ ਦਫ਼ਤਰਾਂ ਦੇ ਵਿੱਚ ਉਹੋ ਜਿਹਾ ਕਲਚਰ ਜਿਹੜਾ ਹੈ ਉਹ ਵਿਕਸਿਤ ਕਰ ਰਹੇ ਹਾਂ ਤਾਂ ਜੋ ਔਰਤ ਬਿਨਾਂ ਡਰ ਤੇ ਭੈ ਦੇ ਰਾਤ ਨੂੰ ਵੀ ਕੰਮ ਕਰੇ, ਰਾਤ ਨੂੰ ਬਿਨਾਂ ਡਰ ਤੇ ਭੈ ਦੇ ਆਪਦੇ ਘਰ ਜਾਵੇ। ਫਿਰ ਜੇ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਨਾ ਤਾਂ ਬਰਾਬਰਤਾ ਰਹੂ ਅਤੇ ਨਾ ਕਾਨੂੰਨ ਦਾ ਰਾਜ ਹੈ। ਮੈਂ ਜਿਹੜੀ ਗੱਲ ਕਰਦਾ ਸੀ ਵੀ ਗੱਲ ਸਿਰਫ 4 ਅਪਰਾਧੀਆਂ ਨੂੰ ਸਜ਼ਾ ਦੇਣ ਦੀ ਨਹੀਂ, ਗੱਲ ਸਾਡੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੇ ਉਹ ਚਸ਼ਮਾ ਲਾਉਣ ਦੀ ਹੈ ਜਿਹੜਾ ਉਹਨਾਂ ਨੇ ਪਹਿਨਿਆ ਹੋਇਆ ਹੈ ਵੀ ਇੱਕ ਘਟਨਾ 'ਤੇ ਸਿਰਫ ਮਿੱਟੀ ਪਾਓ, ਉਦੋਂ ਬਾਅਦ ਅੱਗੇ ਤੁਰੋ। ਗੱਲ ਇਹ ਹੁੰਦੀ ਹੈ ਵੀ ਅਗਲੀਆਂ ਘਟਨਾਵਾਂ ਕਿਵੇਂ ਰੋਕਣੀਆਂ, ਉਹਦਾ ਨਾ ਕੋਈ ਸਾਡੇ ਕੋਲ ਰੋਡ ਮੈਪ ਹੈ, ਨਾ ਕੋਈ ਸਾਡੇ ਕੋਲ ਜਵਾਬਦੇਹੀ ਹੈ, ਨਾ ਪੁਲਿਸ ਦੀ ਜਵਾਬਦੇਹੀ ਹੈ। ਜਦੋਂ ਨਿਰਭਇਆ ਕਾਂਡ ਹੋਇਆ ਸੀ ਉਦੋਂ ਇਸ ਕਾਨੂੰਨ ਦੇ ਵਿੱਚ ਸੋਧ ਕਰਕੇ ਪਾਰਲੀਮੈਂਟ ਨੇ ਇੱਕ ਧਾਰਾ ਲਾਈ ਸੀ ਵੀ ਜੇ ਕੋਈ ਪੁਲਿਸ ਆਫੀਸਰ ਕਾਰਵਾਈ ਨਹੀਂ ਕਰਦਾ ਤਾਂ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਅਤੇ ਅੱਜ ਤੱਕ ਮੈਂ ਯੂਪੀ ਦੇ ਜੋ ਅੰਕੜੇ ਦੇਖੇ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ, ਕਹਿੰਦੇ ਕਿਸੇ ਵੀ ਅੱਜ ਤੱਕ ਪੁਲਿਸ ਆਫੀਸਰ ਦੇ ਖਿਲਾਫ ਕੋਈ ਐਕਸ਼ਨ ਹੋਇਆ ਹੀ ਨਹੀਂ। ਪੁਲਿਸ ਕਿਵੇਂ ਸੱਤਾਧਾਰੀਆਂ ਦੇ ਹੱਥ ਟੋਕਾ ਬਣ ਕੇ, ਦਲਾਲ ਬਣ ਕੇ, ਏਜੰਟ ਬਣ ਕੇ ਕੰਮ ਕਰਦੀ ਹੈ, ਇਹਦੀ ਤਾਜ਼ਾ ਐਗਜ਼ਾਮਪਲ ਸਾਡੇ ਦਿੱਲੀ ਦੰਗਿਆਂ ਤੋਂ ਜਿਹੜੀਆਂ 4 ਸ਼ੀਟਾਂ ਫਾਈਲ ਕੀਤੀਆਂ ਨੇ ਉਹ ਤੋਂ ਮਿਲ ਜਾਂਦੀ ਹੈ ਸਾਨੂੰ। ਦਵਿੰਦਰ, ਜਿਵੇਂ ਹੁਣ ਤੁਸੀਂ ਇਹ ਦੱਸਿਆ ਸਾਰਾ ਕੁਝ ਵੀ ਕਿਆ ਨਿਰਭਇਆ ਕਾਂਡ ਤੋਂ ਬਾਅਦ ਸਾਲ 2012 'ਚ ਕਾਨੂੰਨ ਦੇ ਵਿੱਚ ਸੋਧ ਕਰਕੇ ਜਿੱਥੇ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਰੱਖਿਆ ਗਿਆ ਸੀਗਾ, ਇਹ ਗੱਲਾਂ ਨਵੀਆਂ ਸੋਧ ਕੀਤੀਆਂ ਗਈਆਂ ਸੀ, ਉੱਥੇ ਇਸ ਕਾਨੂੰਨ ਨੂੰ ਵੀ ਜਿਹੜਾ ਹੋਰ ਸਖਤ ਕਰਕੇ ਸਜ਼ਾ ਨੂੰ ਜਿਹੜਾ ਹੈਗਾ ਉਸ 'ਚ ਵੀ ਵਾਧਾ ਕੀਤਾ ਗਿਆ ਸੀ। ਅਸੀਂ ਜਾਣਨਾ ਚਾਹਾਂਗੇ ਜਦ ਸਰਕਾਰਾਂ ਇਸ ਤਰ੍ਹਾਂ ਦੇ ਕਾਨੂੰਨ ਨਵੇਂ ਲਿਆ ਰਹੀਆਂ ਨੇ, ਉਹਦੇ ਬਾਵਜੂਦ ਵੀ ਅਪਰਾਧੀਆਂ ਦੇ ਮਨਾਂ 'ਚ ਕੋਈ ਡਰ ਨਹੀਂ ਹੈ, ਉਹ ਬਿਨਾਂ ਕਿਸੇ ਡਰ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਇਹਦੇ ਪਿੱਛੇ ਕੀ ਕਾਰਨ ਹੈ? ਕੋਈ ਰਾਜਨੀਤਿਕ ਕਾਰਨ ਹੈ? ਕਿਵੇਂ ਰਹਿ ਰਿਹਾ? ਇਹਦੇ ਪਿੱਛੇ ਸਪਸ਼ਟ ਕਾਰਨ ਹੈ ਇੱਕ ਮਾਨਸਿਕਤਾ, ਇੱਕ ਸਾਡੇ ਪ੍ਰਸ਼ਾਸਨ ਦਾ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀ ਅਸੰਵੇਦਨਸ਼ੀਲ ਹੋਣਾ। ਉਹਨਾਂ ਨੂੰ ਇਹ ਪਤਾ ਵੀ ਕਾਨੂੰਨ ਦਾ ਰਾਜ ਹੈ ਨਹੀਂ, ਨਾ ਤਾਂ ਪੁਲਿਸ ਦੀ ਸਹੀ ਤਫਤੀਸ਼ ਹੋਣੀ ਹੈ। ਜੇ ਬੰਦੇ ਫੜ ਵੀ ਲਏ ਜਾਣਗੇ, ਕੋਰਟ ਚਲੇ ਵੀ ਜਾਣਗੇ, ਮੈਜੋਰਟੀ ਕੇਸਾਂ 'ਚ ਇਹ ਹੁੰਦਾ ਬਰੀ ਹੋ ਜਾਂਦਾ। ਕੋਈ ਰੀਅਲ ਐਗਜ਼ੈਂਪਲਰੀ ਪਨਿਸ਼ਮੈਂਟ ਬਹੁਤ ਘੱਟ ਕੇਸਾਂ 'ਚ ਮਿਲਦੀ ਹੈ। ਇਸ ਲਈ ਮੈਜੋਰਟੀ ਕੇਸਾਂ ਦੇ ਵਿੱਚ ਇਹ ਹੁੰਦਾ ਹੈ। ਫਿਰ ਜਿਹੜਾ ਸਾਡਾ ਸਿਆਸੀ ਤੰਤਰ ਹੈ, ਜਿਹੜੇ ਸਾਡੇ ਸਿਆਸੀ ਲੋਕ ਨੇ, ਉਹਨਾਂ ਦੀ ਅਸੰਵੇਦਨਸ਼ੀਲਤਾ ਵੀ ਸਾਡੇ ਸਾਹਮਣੇ ਦਿਖਾਈ ਦਿੰਦੇ ਹੈ। ਇਹਨਾਂ ਦੀ ਜਵਾਬਦੇਹੀ ਵੀ ਬਣਨੀ ਚਾਹੀਦੀ ਹੈਗੀ।
ਯੂਪੀ ਦੇ ਵਿੱਚ ਤਾਂ ਇੱਕ ਪਿੱਛੇ ਜੇ ਆਪਾਂ ਦੇਖਿਆ ਸੀ, ਇੱਕ ਐਮਐਲਏ ਤੇ ਰੂਲਿੰਗ ਪਾਰਟੀ ਦੇ ਐਮਐਲਏ ਤੇ ਦੋਸ਼ ਲੱਗੇ, ਉਹ ਕੁੜੀ ਦੇ ਰਿਸ਼ਤੇਦਾਰਾਂ ਨੂੰ, ਮਾਸੀ ਨੂੰ, ਪਾਪ ਨੂੰ, ਉਹ ਕੁੜੀ ਵੀ ਬਾਅਦ ਚ ਮਾਰ ਦਿੱਤੀ ਗਈ। ਹਾਲਾਤ ਹੈ ਉਹਦੇ ਚ ਕੀ ਹੋਇਆ ਫਿਰ? ਕੀ ਭਾਰਤੀ ਜਨਤਾ ਪਾਰਟੀ ਦੇ ਉੱਥੇ ਗਵਰਨਮੈਂਟ ਹੈ, ਉਹਨਾਂ ਨੂੰ ਅਕਲ ਆਈ? ਨਹੀਂ ਆਈ। ਘਟਨਾਵਾਂ ਹੁਣ ਵੀ ਹੋ ਰਹੀਆਂ ਨੇ। ਅੱਜ ਵੀ ਇਸ ਇਨਸੀਡੈਂਟ ਤੋਂ ਬਾਅਦ ਵੀ 3 ਜਾਂ 4 ਘਟਨਾਵਾਂ ਜਿਹੜੀਆਂ ਕੁੜੀਆਂ ਨਾਲ ਬਲਾਤਕਾਰ ਦੀਆਂ ਉੱਤਰ ਪ੍ਰਦੇਸ਼ 'ਚ ਹੋਰ ਵਾਪਰੀਆਂ ਨੇ। ਸਿਮਿਲਰਲੀ ਪੰਜਾਬ ਦੇ ਵਿੱਚ ਮੈਂ ਜਿਵੇਂ ਦੱਸਿਆ, ਰੋਜ਼ਾਨਾ ਜਿਹੜੇ ਆ ਉਹ ਐਵਰੇਜ ਜਿਹੜੀ ਔਸਤ ਆਉਂਦੀ ਆ ਉਹ 3 ਤੋਂ 4 ਬਲਾਤਕਾਰ ਦੇ ਕੇਸਾਂ ਦੀ ਆ ਰਹੀ ਹੈਗੀ। ਇਹ ਸਿਸਟਮ ਸਾਡਾ ਕਿੰਨਾ ਨਿਗਰਿਆ ਪਿਆ ਹੈਗਾ। ਉਹ ਓਵਰਆਲ ਜੇ ਕੌਮੀ ਪੱਧਰ ਦੀ ਔਸਤਨ ਦੇਖੀ ਜਾਵੇ, ਹਰ 17 ਮਿੰਟ ਬਾਅਦ ਬਲਾਤਕਾਰ ਹੋ ਰਿਹਾ। ਕਿ ਮਤਲਬ ਸਾਡਾ ਔਰਤ ਪ੍ਰਤੀ ਸੋਚਣ ਦਾ ਜਿਹੜਾ ਸਾਡਾ ਢੰਗ ਤਰੀਕਾ, ਨਜ਼ਰੀਆ ਕਿੰਨਾ ਅਸੀਂ ਨਿਗਰ ਗਏ ਹਾਂ। ਦਵਿੰਦਰ ਜੀ, ਹੁਣ ਜਿਵੇਂ ਗੱਲ ਕਰੀਏ, ਚਾਹੇ ਨਿਰਭਇਆ ਕਾਂਡ ਹੋਇਆ, ਚਾਹੇ ਇਹ ਹਾਥਰਸ ਘਟਨਾ ਜਿਹੜੀ ਵਾਪਰੀ ਹੈ, ਇਹਨਾਂ ਤੋਂ ਬਾਅਦ ਨਿਰਭਇਆ ਟਾਈਮ ਵੀ ਜਿਹੜਾ ਸੀ ਦੇਸ਼ ਭਰ ਦੇ ਵਿੱਚ ਮੋਮਬੱਤੀ ਮਾਰਚ ਕੱਢੇ ਗਏ। ਹੁਣ ਵੀ ਲੋਕ ਜਿਹੜੇ ਹੈਗੇ ਆ ਕਈ ਥਾਵਾਂ ਤੇ ਜਿਹੜੇ ਹੈਗੇ ਮੋਮਬੱਤੀ ਮਾਰਚ ਕੱਢ ਕੇ ਇਨਸਾਫ ਦੀ ਮੰਗਾਂ ਕਰ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਲੋਕ ਜਿਹੜੇ ਹੈਗੇ 4 ਦਿਨ ਸਿਰਫ ਮੋਮਬੱਤੀ ਮਾਰਚ ਤੱਕ ਹੀ ਸੀਮਿਤ ਰਹਿ ਜਾਂਦੇ ਆ? ਵੀ ਕਿ ਜਿਹੜੇ ਆਈਏਐਸ ਅਧਿਕਾਰੀ, ਪੀਸੀਐਸ ਅਧਿਕਾਰੀ ਸਹੀ ਕਾਰਵਾਈ ਨਹੀਂ ਕਰਦੇ, ਉਹਨਾਂ ਦੇ ਘਰਾਂ ਦੇ ਬਾਹਰ, ਉਹਨਾਂ ਦੇ ਦਫ਼ਤਰਾਂ ਦੇ ਬਾਹਰ ਕੋਈ ਨਹੀਂ ਪਹੁੰਚਦਾ। ਜਿਹੜੇ ਰਾਜਨੀਤਿਕ ਜਿਹੜੀ ਸੂਬਾ ਸਰਕਾਰਾਂ ਹੈ, ਉਹਨਾਂ ਦੇ ਘਰਾਂ ਬਾਹਰ ਇਹਨਾਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਨਹੀਂ ਪਹੁੰਚਦਾ। ਵੀ ਕਿ ਲੋਕਾਂ ਨੂੰ ਉੱਥੇ ਤੱਕ ਪਹੁੰਚ ਕਰਨੀ ਚਾਹੀਦੀ, ਆਪਣੀ ਆਵਾਜ਼ ਜਿਹੜੀ ਹੈਗੀ ਸਰਕਾਰਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਦੇਖੋ, ਇਹ ਸਿਆਸਤਦਾਨਾਂ ਦਾ ਆਪਾਂ ਦੇਖਿਆ ਜੀ, ਪੰਜਾਬ ਦੀ ਦੇਖੀਏ, ਵੱਡੀਆਂ ਤੋਂ ਵੱਡੀਆਂ ਘਟਨਾਵਾਂ, ਬੇਅਦਬੀ ਕਾਂਡ ਹੋਵੇ, ਚਾਹੇ ਉਹ ਚਿੱਟੇ ਦਾ ਰੌਲਾ ਹੋਵੇ। ਪੋਲੀਟੀਕਲ ਬੰਦੇ ਨੂੰ ਤਾਂ ਸੇਕ ਉਦੋਂ ਲੱਗਦਾ ਹੈ ਜਦੋਂ ਉਹਦੀ ਕੁਰਸੀ ਹਿਲਦੀ ਹੈ, ਜਦੋਂ ਕੁਰਸੀ ਨੂੰ ਖਤਰਾ ਲੱਗਦਾ ਹੈ। ਇਸ ਲਈ 4 ਦਿਨ ਮੋਮਬੱਤੀਆਂ ਬਾਲਣ ਦੀ ਬਜਾਏ ਪੋਲੀਟੀਕਲ ਬੰਦਿਆਂ ਨੂੰ, ਇਹ ਰਾਜਨੀਤਿਕ ਬੰਦਿਆਂ ਨੂੰ, ਹੁਕਮਰਾਨਾਂ ਨੂੰ, ਜਿਹੜੇ ਕੁਰਸੀ ਤੇ ਬੈਠੇ ਨੇ, ਉਹਨਾਂ ਤੱਕ ਦੀ ਕੁਰਸੀ ਤੱਕ ਸੇਕ ਜ਼ਰੂਰ ਪਹੁੰਚਣਾ ਚਾਹੀਦਾ ਹੈ। ਵੀ ਜੇ ਤੁਸੀਂ ਸਿਰਫ ਤੇ ਸਿਰਫ ਆਪਣੇ ਘਰਾਂ ਦੇ ਵਿੱਚ, ਆਪਣੇ ਫਾਰਮ ਹਾਊਸਾਂ ਦੇ ਵਿੱਚ ਬਹਿ ਕੇ ਸਰਕਾਰ ਚਲਾਓਗੇ ਤੇ ਲੋਕਾਂ ਨੂੰ ਉਹਨਾਂ ਦੀ ਕਿਸਮਤ ਤੇ ਛੱਡ ਦੋਗੇ, ਮਰਨ ਤੇ ਛੱਡ ਦੋਗੇ, ਤਾਂ ਕੁਰਸੀ ਫਿਰ ਤੁਹਾਡੀ ਵੀ ਨਹੀਂ ਰਹਿਣੀ। ਕੁਰਸੀ ਤੇ ਜਿਵੇਂ ਬਿਠਾਇਆ ਇੱਜ਼ਤ ਨਾਲ, ਉਵੇਂ ਬੇਇੱਜ਼ਤੀ ਕਰਕੇ ਤੁਹਾਨੂੰ ਲਾ ਵੀ ਸਕਦੇ ਆ। ਇਹੋ ਜਿਹਾ ਮਾਹੌਲ ਜਿਹੜਾ ਉਹ ਸਿਰਜਣ ਦੀ ਲੋੜ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।